ਦ ਕਟਿੰਗ ਕਰਵਡ ਸ਼ਾਰਪਲੀ, ਜਿਹੜਾ ਮੋੜ ਸੀਗਾ ਉਹ ਬਹੁਤ ਤਿੱਖਾ ਸੀ। ਐਂਡ ਇਨ ਦ ਡਾਰਕਨੈਸ ਦ ਬਲੈਕ ਐਂਟਰੈਂਸ ਟੂ ਦ ਟਨਲ ਲੁਕਡ ਅਪ ਮੈਨੇਸਿੰਗਲੀ। ਉਸ ਤੋਂ ਅੱਗੇ ਇੱਕ ਸੀਗੀ ਸੁਰੰਗ, ਟਨਲ ਸੀਗੀ ਛੋਟੀ ਜੀ, ਅਤੇ ਉਹਦੇ ਅੰਦਰ ਦੀ ਜਿਹੜੀ ਡਾਰਕਨੈਸ ਸੀਗੀ, ਹਨੇਰਾ ਸੀਗਾ, ਬਲੈਕ ਐਂਟਰੈਂਸ ਜਿਹੜੀ ਟਨਲ ਦੀ ਸੀਗੀ, ਲੁਕਡ ਅਪ ਮੈਨੇਸਿੰਗਲੀ, ਮਤਲਬ ਇੱਕ ਮੁਸੀਬਤ ਵਾਂਗੂ ਲੱਗ ਰਹੀ ਸੀ, ਉਹ ਬਹੁਤ ਡਰਾਉਣ ਵਾਲੀ ਸੀ। ਦ ਸਿਗਨਲ ਲਾਈਟ ਵਾਜ਼ ਆਊਟ, ਅਤੇ ਜਿਹੜੀ ਸਿਗਨਲ ਦੀ ਲਾਈਟ ਸੀਗੀ ਉਹ ਖਤਮ ਹੋ ਚੁੱਕੀ ਸੀ, ਕਿਉਂਕਿ ਉਹਨੇ ਲੈਂਪ ਟੰਗਿਆ ਹੁੰਦਾ ਸੀ ਨਾ ਸਿਗਨਲ ਦੇ ਲਈ, ਅਤੇ ਉਹਦੀ ਲਾਈਟ ਖਤਮ ਹੋ ਗਈ ਸੀ, ਬੰਦ ਹੋ ਗਿਆ ਸੀ ਉਹ। ਬਲਦੇਵ ਸੈਟ ਟੂ ਵਰਕ ਟੂ ਹੋਲ ਦ ਲੈਂਪ ਡਾਊਨ ਬਾਈ ਇਟਸ ਚੇਨ, ਅਤੇ ਬਲਦੇਵ ਆਪਣਾ ਕੰਮ ਕਰਨਾ ਸ਼ੁਰੂ ਹੋ ਗਿਆ, ਉਹਨੇ ਚੇਨ ਖਿੱਚ ਕੇ ਲੈਂਪ ਨੂੰ ਨੀਚੇ ਲਾਇਆ। ਇਫ ਦ ਆਇਲ ਹੈਡ ਫਿਨਿਸ਼, ਜੇ ਆਇਲ ਫਿਨਿਸ਼ ਹੋ ਗਿਆ ਹੋਇਆ ਤਾਂ ਹੀ ਵੁੱਡ ਹੈਵ ਟੂ ਰਿਟਰਨ ਟੂ ਦ ਹਟ ਫॉर ਮੋਰ, ਤਾਂ ਉਹਨੂੰ ਆਪਣੀ ਝੌਂਪੜੀ ਵੱਲ ਵਾਪਸ ਜਾਣਾ ਪਏਗਾ ਹੋਰ ਆਇਲ ਲੈਣ ਦੇ ਲਈ। ਦ ਮੇਲ ਟ੍ਰੇਨ ਵਾਜ਼ ਡਿਊ ਇਨ 5 ਮਿੰਟਸ, ਅਤੇ 5 ਮਿੰਟਾਂ ਵਿੱਚ ਹੀ ਮੇਲ ਟ੍ਰੇਨ ਵੀ ਆਉਣ ਵਾਲੀ ਸੀਗੀ, ਮਾਲ ਗੱਡੀ। ਵੰਸ ਮੋਰ ਹੀ ਫੰਬਲਡ ਫॉर ਹਿਜ਼ ਮੈਚਿਸ, ਇੱਕ ਵਾਰੀ ਫੇਰ ਉਹਨੇ ਫੰਬਲ ਕੀਤਾ, ਮਤਲਬ ਹੱਥ ਜੇ ਮਾਰ ਕੇ ਆਪਣੀਆਂ ਮਾਚਿਸ ਦੀ ਡੱਬੀ ਲੱਭਣ ਦੀ ਕੋਸ਼ਿਸ਼ ਕੀਤੀ। ਦੈਨ ਸਡਨਲੀ ਹੀ ਸਟੂਡ ਸਟਿਲ ਐਂਡ ਲਿਸਨਡ, ਫਿਰ ਅਚਾਨਕ ਹੀ ਉਹ ਖੜਾ ਹੋ ਗਿਆ ਆਰਾਮ ਨਾਲ, ਚੁੱਪ ਕਰਕੇ, ਬਿਨਾਂ ਹਿੱਲੇ ਜੁੱਲੇ, ਅਤੇ ਉਹਨੇ ਧਿਆਨ ਨਾਲ ਕੁਝ ਸੁਣਿਆ। ਦ ਫਰਾਈਟਨਡ ਕਰਾਈ ਆਫ ਅ ਬਾਰਕਿੰਗ ਡੀਅਰ, ਇੱਕ ਡੀਅਰ ਦੀ ਆਵਾਜ਼ ਆ ਰਹੀ ਸੀਗੀ, ਮਤਲਬ ਹਿਰਨ ਦੀ ਆਵਾਜ਼ ਆ ਰਹੀ ਸੀਗੀ, ਅਤੇ ਉਹਦੀ ਬੜੀ ਹੀ ਡਰਾਉਣ ਵਾਲੀ ਕਰਾਈ ਸੁਣੀ ਉਹਨੇ। ਫੋਲੋਡ ਬਾਈ ਅ ਕ੍ਰੈਸ਼ਿੰਗ ਸਾਊਂਡ ਇਨ ਦ ਅੰਡਰਗਰੋਥ, ਅਤੇ ਉਸ ਤੋਂ ਬਾਅਦ ਇੱਕ ਕ੍ਰੈਸ਼ ਕਰਨ ਦੀ ਸਾਊਂਡ ਵੀ ਆਈ, ਅਤੇ ਅੰਡਰਗਰੋਥ ਦਾ ਮਤਲਬ ਹੁੰਦਾ ਝਾੜੀਆਂ, ਵੀ ਐਵੇਂ ਲੱਗਿਆ ਜਿਵੇਂ ਝਾੜੀਆਂ 'ਚ ਕਿਸੇ ਨੇ ਜੰਪ ਕੀਤਾ। ਮੇਡ ਬਲਦੇਵ ਹਰੀ, ਇਸ ਚੀਜ਼ ਨੇ ਬਲਦੇਵ ਨੂੰ ਜਲਦੀ ਆਪਣਾ ਕੰਮ ਕਰਨ ਲਈ ਮਜਬੂਰ ਕੀਤਾ। ਦੇਰ ਵਾਜ਼ ਸਟਿਲ ਅ ਲਿਟਲ ਆਇਲ ਇਨ ਦ ਲੈਂਪ, ਉਹਨੇ ਦੇਖਿਆ ਕਿ ਹਜੇ ਵੀ ਲੈਂਪ ਦੇ ਵਿੱਚ ਥੋੜ੍ਹਾ ਜਿਹਾ ਆਇਲ ਹੈਗਾ ਸੀ। ਐਂਡ ਆਫਟਰ ਐਨ ਇੰਸਟੈਂਟਸ ਹੈਜ਼ੀਟੇਸ਼ਨ, ਫਿਰ ਕਨਫਿਊਜ਼ਡ ਜਿਹਾ, ਥੋੜ੍ਹੀ ਜਿਹੀ ਹੈਜ਼ੀਟੇਸ਼ਨ ਤੋਂ ਬਾਅਦ, ਹਿਚਕਿਚਾਹਟ ਤੋਂ ਬਾਅਦ, ਉਹਨੇ ਹੀ ਲਿਟ ਦ ਲੈਂਪ ਅਗੇਨ, ਉਹਨੇ ਦੁਬਾਰਾ ਤੋਂ ਲੈਂਪ ਜਗਾ ਦਿੱਤਾ। ਐਂਡ ਹੋਇਸਟਡ ਇਟ ਬੈਕ ਇਨ ਟੂ ਪੋਜੀਸ਼ਨ, ਅਤੇ ਉਹਨੂੰ ਦੁਬਾਰਾ ਤੋਂ ਉਸੀ ਪੋਜੀਸ਼ਨ ਵਿੱਚ ਹੋਇਸਟ ਕਰਤਾ, ਟੰਗ ਦਿੱਤਾ। ਹੈਵਿੰਗ ਡਨ ਦਿਸ, ਇਹ ਕਰਨ ਤੋਂ ਬਾਅਦ, ਹੀ ਵਾਕਡ ਕੁਇਕਲੀ ਡਾਊਨ ਦ ਟਨਲ, ਫਿਰ ਉਹ ਫਟਾਫਟ ਟਨਲ ਦੇ ਅੰਦਰ ਚਲਾ ਗਿਆ। ਉਹਨੇ ਰਸਤਾ ਵੀ ਤਾਂ ਦੇਖਣਾ ਹੁੰਦਾ ਨਾ, ਕਲੀਅਰ ਹੈ ਕਿ ਨਹੀਂ, ਜਿੱਥੋਂ ਗੱਡੀ ਨੇ ਲੰਘਣਾ ਟਨਲ ਦੇ ਵਿੱਚੋਂ। ਸਵਿੰਗਿੰਗ ਹਿਜ਼ ਔਨ ਲੈਂਪ, ਆਪਣਾ ਜਿਹੜਾ ਉਹਦੇ ਕੋਲ ਇੱਕ ਹੋਰ ਹੱਥ 'ਚ ਲੈਂਪ ਫੜਿਆ ਹੋਇਆ ਸੀ, ਉਹਨੂੰ ਸਵਿੰਗ ਕਰਦਾ, ਮਤਲਬ ਝੂਲੇ ਵਾਂਗੂ ਜਿਵੇਂ ਹਿਲਾਣਾ, ਉਹਨੂੰ ਕਹਿੰਦੇ ਸਵਿੰਗਿੰਗ। ਸੋ ਦੈਟ ਦ ਸ਼ੈਡੋਜ਼ ਲੈਪਟ ਅਪ ਐਂਡ ਡਾਊਨ ਦ ਸੂਟ ਸਟੇਨਡ ਵਾਲਸ, ਸੂਟ ਹੁੰਦਾ ਕਾਲਕ, ਕਾਲਕ ਦੀਆਂ ਭਰੀਆਂ ਦੇ ਦੀਵਾਰਾਂ ਦੇ ਉੱਤੇ ਉਹਦੀ ਪਰਛਾਈ ਉਹਦੇ ਨਾਲ ਪੈਣ ਲੱਗੀ ਸੀ। ਅਪ ਅਤੇ ਡਾਊਨ, ਉੱਪਰ ਥੱਲੇ ਉਹਦੀ ਪਰਛਾਈ ਵੀ, ਜਿਵੇਂ ਲੈਂਪ ਹਿਲਦਾ ਸੀ ਉਹਦੀ ਪਰਛਾਈ ਵੀ ਉਵੇਂ ਪੈਂਦੀ ਸੀਗੀ ਕੰਧਾਂ ਦੇ ਉੱਤੇ। ਐਂਡ ਹੈਵਿੰਗ ਮੇਡ ਸ਼ਿਓਰ ਦੈਟ ਦ ਲਾਈਨ ਵਾਜ਼ ਕਲੀਅਰ, ਫਿਰ ਜਦੋਂ ਉਹਨੂੰ ਪੱਕਾ ਹੋ ਗਿਆ ਕਿ ਲਾਈਨ ਕਲੀਅਰ ਹੈ, ਟਨਲ ਸਾਫ਼ ਹੈ ਇੱਕਦਮ, ਕੋਈ ਪ੍ਰੋਬਲਮ ਨਹੀਂ ਹੈ ਮਾਲ ਗੱਡੀ ਦੇ ਜਾਣ 'ਚ, ਹੀ ਰਿਟਰਨਡ ਟੂ ਦ ਐਂਟਰੈਂਸ ਐਂਡ ਸੈਟ ਡਾਊਨ ਟੂ ਵੇਟ ਫॉर ਦ ਮੇਲ ਟ੍ਰੇਨ। ਉਹ ਐਂਟਰੈਂਸ ਵੱਲ ਵਾਪਸ ਆ ਗਿਆ ਜਿੱਥੇ ਉਹਨੇ ਲੈਂਪ ਟੰਗਿਆ ਸੀ, ਅਤੇ ਉੱਥੇ ਉਹ ਆਰਾਮ ਨਾਲ ਬੈਠ ਗਿਆ ਅਤੇ ਮਾਲ ਗੱਡੀ ਦੀ ਵੇਟ ਕਰਨ ਲੱਗ ਗਿਆ। ਦ ਟ੍ਰੇਨ ਵਾਜ਼ ਲੇਟ, ਗੱਡੀ ਲੇਟ ਹੋ ਚੁੱਕੀ ਸੀ। Sitting huddled up, almost dozing, he soon forgot his surrounding and began to nod. Huddled ਮਤਲਬ ਇਕੱਠਾ ਹੋ ਕੇ ਬੈਠਿਆ ਹੋਇਆ ਸੀ ਉਹ, almost dozing ਮਤਲਬ ਉਹਨੂੰ ਬਹੁਤ ਨੀਂਦ ਆ ਰਹੀ ਸੀ ਅਤੇ ਸੌਣ ਹੀ ਵਾਲਾ ਸੀ। he soon forgot his surrounding, ਉਹ ਆਪਣਾ ਆਲਾ ਦੁਆਲਾ ਭੁੱਲ ਗਿਆ ਅਤੇ ਜਲਦੀ ਹੀ ਉਹਨੇ ਨੋਡ ਕਰਨਾ ਸ਼ੁਰੂ ਕੀਤਾ। ਜਦੋਂ ਸਾਨੂੰ ਨੀਂਦ ਆ ਰਹੀ ਹੁੰਦੀ ਹੈ ਬੈਠੇ ਬੈਠੇ, ਅਤੇ ਸਾਡਾ ਸਿਰ ਇੱਕ ਪਾਸੇ ਨੂੰ ਝੁਕਣ ਲੱਗ ਜਾਂਦਾ, ਫਿਰ ਅਸੀਂ ਉੱਪਰ ਚੱਕਦੇ ਹਾਂ, ਫਿਰ ਨੀਚੇ ਜਾਂਦਾ, ਉਹਨੂੰ ਕਹਿੰਦੇ ਨੋਡਿੰਗ ਕਰਨਾ, ਸਿਰ ਉੱਪਰ ਨੀਚੇ ਹੋਣਾ। ਬੈਕ ਇਨ ਦ ਹਟ, ਅਤੇ ਉੱਥੇ ਪਿੱਛੇ ਹਟ ਵਿੱਚ, ਦ ਟਰੈਂਬਲਿੰਗ ਆਫ ਦ ਗਰਾਊਂਡ ਟੋਲਡ ਆਫ ਦ ਅਪਰੋਚ ਆਫ ਦ ਟ੍ਰੇਨ, ਜਦੋਂ ਗਰਾਊਂਡ ਕੰਬਣ ਲੱਗ ਗਿਆ, ਟਰੈਂਬਲ ਯਾਨੀ ਸ਼ੇਕ ਕਰਨਾ, ਗਰਾਊਂਡ ਦੇ ਕੰਬਣ ਨਾਲ ਪਤਾ ਚੱਲ ਗਿਆ ਕਿ ਟ੍ਰੇਨ ਅਪਰੋਚ ਹੋ ਰਹੀ ਹੈ, ਆ ਰਹੀ ਹੈ ਟ੍ਰੇਨ। ਐਂਡ ਅ ਲੋ ਡਿਸਟੈਂਸ ਰੰਬਲ ਵੋਕ ਦ ਬੋਏ, ਅਤੇ ਦੂਰੋਂ ਆਉਂਦੇ ਹੋਏ ਇਸ ਰੰਬਲ ਨੇ, ਇਸ ਵਾਈਬ੍ਰੇਸ਼ਨ ਨੇ ਉਸ ਮੁੰਡੇ ਨੂੰ ਉਠਾ ਦਿੱਤਾ, ਜਿਹੜਾ ਬਲਦੇਵ ਦਾ ਬੇਟਾ ਉੱਥੇ ਸੋ ਰਿਹਾ ਸੀ। ਹੂ ਸੈਟ ਅਪ ਰਬਿੰਗ ਦ ਸਲੀਪ ਫਰੋਮ ਹਿਜ਼ ਆਈਜ਼, ਅਤੇ ਉਹ ਉੱਠ ਕੇ ਬੈਠ ਗਿਆ ਅਤੇ ਆਪਣੀਆਂ ਅੱਖਾਂ ਨੂੰ ਮਲਣ ਲੱਗ ਗਿਆ। ਫਾਦਰ ਇਟਸ ਟਾਈਮ ਟੂ ਲਾਈਟ ਦ ਲੈਂਪ, ਹੀ ਮੰਬਲਡ, ਇੱਕਦਮ ਉਹ ਬੋਲਿਆ ਉੱਠ ਕੇ ਕਿ ਪਿਤਾ ਜੀ ਲੈਂਪ ਜਗਾਉਣ ਦਾ ਟਾਈਮ ਹੋ ਗਿਆ। ਐਂਡ ਦੈਨ ਰਿਅਲਾਈਜ਼ਿੰਗ ਦੈਟ ਹਿਜ਼ ਫਾਦਰ ਹੈਡ ਬੀਨ ਗੋਨ ਸਮ ਟਾਈਮ, ਹੀ ਲੇ ਡਾਊਨ ਅਗੇਨ, ਫਿਰ ਜਦੋਂ ਉਹਨੇ ਇੱਕਦਮ ਅੱਖਾਂ ਖੋਲ੍ਹ ਕੇ ਧਿਆਨ ਨਾਲ ਦੇਖਿਆ ਕਿ ਉਹਦੇ ਪਿਤਾ ਜੀ ਤਾਂ ਪਹਿਲਾਂ ਹੀ ਜਾ ਚੁੱਕੇ ਨੇ, ਉਹ ਫਿਰ ਲੇਟ ਗਿਆ। ਬਟ ਹੀ ਵਾਜ਼ ਵਾਈਡ ਅਵੇਕ ਨਾਓ, ਪਰ ਹੁਣ ਉਹ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ। ਵੇਟਿੰਗ ਫॉर ਦ ਟ੍ਰੇਨ ਟੂ ਪਾਸ, ਅਤੇ ਉਹ ਟ੍ਰੇਨ ਦੇ ਲੰਘਣ ਦਾ ਇੰਤਜ਼ਾਰ ਕਰਨ ਲੱਗ ਗਿਆ।
ਵੇਟਿੰਗ ਫॉर ਹਿਜ਼ ਫਾਦਰਸ ਰਿਟਰਨਿੰਗ ਫੁੱਟਸਟੈਪਸ। ਤੇ ਵੇਟ ਕਰਨ ਲੱਗ ਗਿਆ ਕਿ ਟ੍ਰੇਨ ਜਾ ਰਹੀ ਹੈ, ਹੁਣ ਮੇਰੇ ਪਿਤਾ ਜੀ ਵਾਪਸ ਆ ਜਾਣਗੇ। ਉਹਨਾਂ ਦੇ ਫੁੱਟਸਟੈਪਸ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਲੱਗ ਗਿਆ ਕਿ ਹੁਣੇ ਉਹਨਾਂ ਦੇ ਪੈਰਾਂ ਦੀ ਆਵਾਜ਼ ਆਏਗੀ, ਵਾਪਸ ਆ ਜਾਣਗੇ। A low grunt resounded from the top of the cutting। ਗਰੰਟ ਹੁੰਦੀ ਹੈ ਗੁर्राहट, ਗੁर्रान ਦੀ ਆਵਾਜ਼ ਜਾਂ ਦਹਾੜਨ ਦੀ ਆਵਾਜ਼ ਕਹਿ ਲਓ, ਕਿਉਂਕਿ ਉੱਥੇ ਟਾਈਗਰਸ ਹੁੰਦੇ ਆ ਉਸ ਜਗ੍ਹਾ 'ਤੇ। ਅਤੇ ਉਹ ਕਟਿੰਗ ਦੇ ਜਿਹੜਾ ਮੋੜ ਸੀਗਾ, ਉੱਚੀਆਂ ਉੱਚੀਆਂ ਕੰਧਾਂ ਵਾਲਾ ਜਿਹੜਾ ਬਣਿਆ ਹੋਇਆ ਸੀਗਾ, ਉੱਥੋਂ ਦੀ ਇੱਕ ਗੁर्रान ਦੀ ਆਵਾਜ਼ ਹਲਕੀ ਜਿਹੀ ਸੁਣਾਈ ਦਿੱਤੀ। ਇਨ ਅ ਸੈਕਿੰਡ ਬਲਦੇਵ ਵਾਜ਼ ਅਵੇਕ, ਆਲ ਹਿਜ਼ ਸੈਂਸਿਸ ਅਲਰਟ। ਹੁਣ ਬਲਦੇਵ ਸੋ ਰਿਹਾ ਸੀ ਉਸ ਟਾਈਮ ਬੈਠਾ ਬੈਠਾ, ਅਤੇ ਇੱਕ ਸੈਕਿੰਡ ਵਿੱਚ ਉਹ ਹਲਕੀ ਜਿਹੀ ਆਵਾਜ਼ ਸੁਣ ਕੇ ਬਲਦੇਵ ਪੂਰੀ ਤਰ੍ਹਾਂ ਅਲਰਟ ਹੋ ਕੇ ਉੱਠ ਗਿਆ। ਓਨਲੀ ਅ ਟਾਈਗਰ ਕੁਡ ਐਮਿਟ ਸੱਚ ਆ ਸਾਊਂਡ। ਐਮਿਟ ਮਤਲਬ ਨਿਕਾਲਣਾ, ਕੱਢਣਾ। ਸਿਰਫ ਇੱਕ ਟਾਈਗਰ ਹੀ ਇਹੋ ਜਿਹੀ ਆਵਾਜ਼ ਨਿਕਾਲ ਸਕਦਾ ਹੈ। ਦੇਰ ਵਾਜ਼ ਨੋ ਸ਼ੈਲਟਰ ਫॉर ਬਲਦੇਵ। ਬਲਦੇਵ ਦੇ ਸ਼ੈਲਟਰ ਲਈ, ਸ਼ਰਨ ਲੈਣ ਲਈ ਕੋਈ ਉੱਥੇ ਜਗ੍ਹਾ ਨਹੀਂ ਸੀ, ਲੁਕਣ ਲਈ, ਆਪਣੇ ਆਪ ਨੂੰ ਬਚਾਉਣ ਲਈ। ਬਟ ਹੀ ਗ੍ਰੈਸਪਡ ਹਿਜ਼ ਏਕਸ ਫਰਮਲੀ। ਲੇਕਿਨ ਉਹਨੇ ਆਪਣੀ ਕੁਹਾੜੀ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਫੜ ਲਿਆ। ਐਂਡ ਟੈਂਸਡ ਹਿਜ਼ ਬੋਡੀ। ਆਪਣੀ ਬੋਡੀ ਨੂੰ ਅਕੜਾ ਕੇ ਪੂਰੀ ਫੁਰਤੀ ਨਾਲ ਉਹ ਖੜਾ ਹੋ ਗਿਆ। ਟਰਾਈਂਗ ਟੂ ਮੇਕ ਆਊਟ ਦ ਡਾਇਰੈਕਸ਼ਨ ਫਰੋਮ ਵਿਚ ਦ ਐਨੀਮਲ ਵਾਜ਼ ਅਪਰੋਚਿੰਗ। ਅਤੇ ਉਸ ਡਾਇਰੈਕਸ਼ਨ ਦਾ ਅੰਦਾਜ਼ਾ ਲਗਾਉਣ ਲੱਗ ਗਿਆ ਜਿੱਥੋਂ ਦੀ ਉਹ ਐਨੀਮਲ ਦੀ ਆਵਾਜ਼ ਆ ਰਹੀ ਸੀ। ਅਪਰੋਚਿੰਗ ਮਤਲਬ ਜਿੱਥੋਂ ਦੀ ਉਹ ਜਾਨਵਰ ਆਉਂਦਾ ਹੋਇਆ ਲੱਗ ਰਿਹਾ ਸੀ ਵੀ ਸ਼ਾਇਦ ਇੱਥੋਂ ਆ ਰਿਹਾ। ਫॉर ਸਮ ਟਾਈਮ ਦੇਰ ਵਾਜ਼ ਓਨਲੀ ਸਾਇਲੈਂਸ। ਕੁਛ ਦੇਰ ਲਈ ਉੱਥੇ ਸਿਰਫ ਚੁੱਪੀ ਛਾਈ ਹੋਈ ਸੀ। ਈਵਨ ਦ ਯੂਜੂਅਲ ਜੰਗਲ ਨੋਇਸਿਸ ਸੀਮਡ ਟੂ ਹੈਵ ਸੀਜ਼ਡ ਟੂਗੈਦਰ ਆਲ ਟੂਗੈਦਰ। ਇੱਥੋਂ ਤੱਕ ਕਿ ਜੰਗਲ 'ਚੋਂ ਜਿੰਨੀਆਂ ਵੀ ਆਵਾਜ਼ਾਂ ਆ ਰਹੀਆਂ ਸੀ ਨਾ, ਸਿਕਾਡਾ ਦੀਆਂ ਅਤੇ ਵੁੱਡ ਪੈਕਰ ਦੀਆਂ ਅਤੇ ਹੋਰ ਵੀ, ਉਹ ਸਾਰੀਆਂ ਇਕੱਠੀਆਂ ਹੀ ਇੱਕਦਮ ਬੰਦ ਹੀ ਹੋ ਗਈਆਂ ਸੀਗੀਆਂ। ਦੈਨ ਅ ਥੰਪ ਐਂਡ ਦ ਰੈਟਲ ਆਫ ਸਮਾਲ ਸਟੋਨਸ ਅਨਾਊਂਸਡ ਦੈਟ ਦ ਟਾਈਗਰ ਹੈਡ ਸਪਰੰਗ ਇਨਟੂ ਦ ਕਟਿੰਗ। ਫਿਰ ਥੰਪ ਦੀ ਆਵਾਜ਼ ਹੁੰਦੀ, ਜਿਵੇਂ ਆਪਾਂ ਜ਼ੋਰ ਦੇ ਪੈਰ ਰੱਖਦੇ ਹਾਂ ਨਾ ਜ਼ਮੀਨ ਦੇ ਉੱਤੇ, ਤਾਂ ਥੰਪ ਦੀ ਆਵਾਜ਼ ਆਉਂਦੀ ਹੈ, ਅਤੇ ਉਹ ਆਵਾਜ਼ ਉਹਨੂੰ ਆਈ। ਅਤੇ ਰੈਟਲ ਆਫ ਸਮਾਲ ਸਟੋਨ ਯਾਨੀ ਪੱਥਰ ਪਏ ਹੁੰਦੇ ਆ, ਉਹਨਾਂ ਦੀ ਆਵਾਜ਼ ਆਈ। ਪੱਥਰਾਂ ਦੇ ਉੱਤੇ ਕੋਈ ਆਪਾਂ ਜ਼ੋਰ ਦੀ ਜੰਪ ਕਰੀਏ ਅਤੇ ਪੱਥਰ ਵੀ ਟਕਰਾਉਂਦੇ ਆ ਆਪਸ 'ਚ, ਰੈਟਲਿੰਗ ਹੁੰਦੀ ਹੈ, ਖੜਖੜਾਹਟ ਦੀ ਆਵਾਜ਼। ਅਤੇ ਉਹ ਵੀ ਅਨਾਊਂਸ, ਉਸ ਆਵਾਜ਼ ਨੇ ਇਹ ਅਨਾਊਂਸ ਕਰ ਦਿੱਤਾ ਕਿ ਜਿਹੜਾ ਟਾਈਗਰ ਹੈ ਉਸ ਮੋੜ ਦੇ ਵਿੱਚ ਛਲਾਂਗ ਮਾਰ ਕੇ ਆ ਚੁੱਕਿਆ ਹੈ। ਬਲਦੇਵ ਲਿਸਨਿੰਗ ਐਜ਼ ਹੀ ਹੈਡ ਨੈਵਰ ਲਿਸਨਡ ਬਿਫੋਰ। ਬਲਦੇਵ ਹੁਣ ਇਸ ਤਰ੍ਹਾਂ ਸੁਣਦਾ ਜਿਵੇਂ ਕਿ ਉਹਨੇ ਪਹਿਲਾਂ ਜ਼ਿੰਦਗੀ 'ਚ ਕਦੀ ਸੁਣਿਆ ਨਾ ਹੋਵੇ, ਮਤਲਬ ਪੂਰੀ ਕੌਨਸੈਂਟਰੇਸ਼ਨ ਦੇ ਨਾਲ ਉਹ ਸੁਣ ਰਿਹਾ ਸੀ। ਵੰਡਰਡ ਇਫ ਇਟ ਵਾਜ਼ ਮੇਕਿੰਗ ਫॉर ਦ ਟਨਲ ਔਰ ਦ ਓਪੋਜ਼ਿਟ ਡਾਇਰੈਕਸ਼ਨ। ਫਿਰ ਉਹ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਪਤਾ ਨਹੀਂ ਇਹ ਟਨਲ ਦੇ ਵੱਲ ਜਾ ਰਿਹਾ ਜਾਂ ਉਸ ਤੋਂ ਓਪੋਜ਼ਿਟ ਡਾਇਰੈਕਸ਼ਨ ਵੱਲ ਜਾ ਰਿਹਾ ਵਾ ਜਿਹੜਾ ਟਾਈਗਰ ਆ। ਦ ਡਾਇਰੈਕਸ਼ਨ ਆਫ ਦਾ ਹਟ, ਜਿਹੜੀ ਕਿ ਹਟ ਵੱਲ ਡਾਇਰੈਕਸ਼ਨ ਜਾਂਦੀ ਸੀਗੀ, ਉਹ ਵਾਲੀ ਡਾਇਰੈਕਸ਼ਨ। ਇਨ ਵਿਚ ਟੈਂਬੂ ਵੁੱਡ ਬੀ ਲਾਇੰਗ ਅਨਪ੍ਰੋਟੈਕਟਡ। ਅਤੇ ਜਿਸ ਹਟ ਦੇ ਵਿੱਚ ਉਹਦਾ ਬੇਟਾ ਟੈਂਬੂ ਅਨਪ੍ਰੋਟੈਕਟਡ ਮਤਲਬ ਬਿਨਾਂ ਕਿਸੇ ਪ੍ਰੋਟੈਕਸ਼ਨ ਤੋਂ ਲੇਟਿਆ ਹੋਇਆ ਸੀ। ਹੀ ਡਿਡ ਨਾਟ ਹੈਵ ਟੂ ਵੰਡਰ ਫॉर ਲੌਂਗ। ਉਹਨੂੰ ਜ਼ਿਆਦਾ ਦੇਰ ਹੈਰਾਨ ਨਹੀਂ ਹੋਣਾ ਪਿਆ। ਬਿਫੋਰ ਅ ਮਿਨਟ ਹੈਡ ਪਾਸਡ। ਇੱਕ ਮਿੰਟ ਵੀ ਨਹੀਂ ਗੁਜ਼ਰਿਆ ਸੀਗਾ ਉਸ ਤੋਂ ਪਹਿਲਾਂ ਹੀ ਮੇਡ ਆਊਟ ਦਾ ਹਿਊਜ ਬੋਡੀ ਆਫ ਦ ਟਾਈਗਰ ਟ੍ਰੋਟਿੰਗ ਸਟੈਡਲੀ ਟੁਵਾਰਡਸ ਹਿਮ। ਉਹਨੇ ਦੇਖ ਲਿਆ ਕਿ ਟਾਈਗਰ ਦੀ ਜਿਹੜੀ ਹਿਊਜ ਬੋਡੀ ਹੈ, ਵੱਡੀ ਸਾਰੀ ਬੋਡੀ ਹੈ, ਉਹ ਹੌਲੀ ਹੌਲੀ ਤੁਰ ਕੇ ਉਹਦੇ ਵੱਲ ਆ ਰਹੀ ਹੈ। ਇਟਸ ਆਈਜ਼ ਸ਼ੋਨ ਅ ਬ੍ਰਿਲੀਅੰਟ ਗ੍ਰੀਨ ਇਨ ਦ ਲਾਈਟ ਫਰੋਮ ਦ ਸਿਗਨਲ ਲੈਂਪ। ਜਿਹੜੀ ਸਿਗਨਲ ਲੈਂਪ ਤੋਂ ਲਾਈਟ ਪੈ ਰਹੀ ਸੀਗੀ ਟਾਈਗਰ ਦੇ ਮੂੰਹ ਦੇ ਉੱਤੇ, ਉਹਦੇ ਨਾਲ ਉਹਦੀਆਂ ਅੱਖਾਂ ਬ੍ਰਿਲੀਅੰਟ ਗ੍ਰੀਨ ਕਲਰ ਦੀਆਂ ਚਮਕ ਰਹੀਆਂ ਸੀ। ਫਾਈਟ, ਇੱਥੇ ਫਾਈਟ ਨਹੀਂ ਫਲਾਈਟ ਆ ਨਾ, ਫਲਾਈਟ ਵਾਜ਼ ਯੂਜ਼ਲੈਸ। ਉਸ ਜਗ੍ਹਾ ਤੋਂ ਭੱਜਣਾ ਵਿਅਰਥ ਸੀ। ਫॉर in the dark the tiger would be more sure-footed than Baldev and would soon be upon him from behind। ਹੁਣ ਇੱਥੇ for ਦਾ ਮਤਲਬ ਹੈ ਕਿਉਂਕਿ। in the dark ਉਸ ਹਨੇਰੇ ਦੇ ਵਿੱਚ, ਕਿਉਂਕਿ ਜਾਨਵਰਾਂ ਨੂੰ ਹਨੇਰੇ 'ਚ ਚੰਗੀ ਤਰ੍ਹਾਂ ਦਿਖਾਈ ਦਿੰਦਾ ਅਤੇ ਇਨਸਾਨਾਂ ਨੂੰ ਨਹੀਂ ਦਿਖਾਈ ਦਿੰਦਾ, ਇਸ ਲਈ ਟਾਈਗਰ sure-footed ਸੀਗਾ। ਉਹਨੂੰ ਚੱਪੇ ਚੱਪੇ ਦਾ ਪਤਾ ਸੀਗਾ, ਉਹਨੂੰ ਸਾਫ਼ ਸੁਥਰਾ ਸਭ ਦਿਖ ਰਿਹਾ ਸੀਗਾ। ਅਤੇ ਜੇ ਬਲਦੇਵ ਭੱਜਣ ਦੀ ਕੋਸ਼ਿਸ਼ ਕਰਦਾ ਅਤੇ ਟਾਈਗਰ ਨੇ ਉਸ ਤੋਂ ਪਹਿਲਾਂ ਹੀ ਉਹਦੇ ਉੱਤੇ ਛਲਾਂਗ ਮਾਰ ਕੇ ਉਹਨੂੰ ਗਿਰਾ ਦੇਣਾ ਸੀ, ਉਹਨੂੰ ਢਾਹ ਲੈਣਾ ਸੀ। ਬਲਦੇਵ ਸਟੂਡ ਵਿਦ ਹਿਜ਼ ਬੈਕ ਟੂ ਦ ਸਿਗਨਲ ਪੋਸਟ ਮੋਸ਼ਨਲੈਸ। ਬਲਦੇਵ ਬਿਨਾਂ ਹਿੱਲੇ ਜੁਲੇ ਸਿਗਨਲ ਪੋਸਟ ਦੇ ਲੈਂਪ ਵੱਲ ਆਪਣੀ ਬੈਕ ਕਰਕੇ ਖੜਾ ਰਿਹਾ। ਐਟ ਦ ਗ੍ਰੇਟ ਬਰੂਟ ਸਟੇਰਿੰਗ ਐਟ ਦ ਗ੍ਰੇਟ ਬਰੂਟ ਮੂਵਿੰਗ ਰੈਪਿਡਲੀ ਟੂਵਾਰਡਸ ਹਿਮ। ਸਟੇਰਿੰਗ ਹੁੰਦਾ ਹੈ ਘੂਰ ਕੇ ਦੇਖਣਾ, ਅਤੇ ਬਰੂਟ ਹੁੰਦਾ ਖੂੰਖਾਰ, ਰੈਪਿਡਲੀ ਹੁੰਦਾ ਤੇਜ਼ੀ ਦੇ ਨਾਲ।
ਤੇ ਜਿਹੜਾ ਬਲਦੇਵ ਸੀਗਾ ਉਹ ਉਸ ਖੁੰਖਾਰ ਜਾਨਵਰ ਵੱਲ ਘੂਰਦਾ ਪਿਆ ਸੀ, ਜਿਹੜਾ ਜਾਨਵਰ ਤੇਜ਼ੀ ਦੇ ਨਾਲ ਬਲਦੇਵ ਦੇ ਵੱਲ ਵੱਧ ਰਿਹਾ ਸੀ, ਕਿਉਂਕਿ ਬਲਦੇਵ ਰੈਡੀ ਸੀਗਾ ਉਹਦੇ ਉੱਤੇ ਹਮਲਾ ਕਰਨ ਲਈ। ਆਪਣੀ ਏਕਸ ਉਹਨੇ ਫੜੀ ਹੋਈ ਸੀਗੀ, ਇਸ ਲਈ ਉਹ ਬੜਾ ਧਿਆਨ ਨਾਲ ਉਹਨੂੰ ਸਟੇਅਰ ਕਰਦਾ ਪਿਆ ਸੀ ਕਿ ਮੇਰੇ ਉੱਤੇ ਛਲਾਂਗ ਮਾਰੇਗਾ ਤੇ ਮੈਂ ਇਹਨੂੰ ਵਾਰ ਕਰਾਂਗਾ ਅੱਗੋਂ ਦੀ। ਦ ਟਾਈਗਰ ਯੂਜ਼ਡ ਟੂ ਦ ਵੇਜ਼ ਆਫ ਮੈਨ, ਉਸ ਟਾਈਗਰ ਨੂੰ ਆਦਮੀਆਂ ਦੇ, ਮੈਨ ਦੇ ਸਾਰੇ ਤਰੀਕੇ ਪਤਾ ਸੀਗੇ। ਫॉर ਇਟ ਹੈਡ ਬੀਨ ਪ੍ਰੇਇੰਗ ਔਨ ਦੈਮ ਫॉर ਈਅਰਸ, ਕਿਉਂਕਿ ਉਹ ਸਾਲਾਂ ਤੋਂ ਇਹਨਾਂ ਦਾ ਸ਼ਿਕਾਰ ਕਰਦਾ ਆ ਰਿਹਾ ਸੀਗਾ। ਕੇਮ ਔਨ ਫੀਅਰਲੈਸਲੀ and with a quick run and a snarl struck out with its right paw, expecting to bowl over this puny man who dared stand in the way. ਤੇ ਉਸ ਟਾਈਗਰ ਨੂੰ ਜਿਹਨੂੰ ਕਿ ਬੰਦਿਆਂ ਦੀ ਹਰੇਕ ਵਾਰ ਦਾ ਪਤਾ ਸੀ ਕਿ ਉਹਨੇ ਕੀ ਕਰੂਗਾ, ਤੇ ਉਹਨੂੰ ਅੰਦਰੋਂ ਗੁੱਸਾ ਵੀ ਸੀਗਾ ਟਾਈਗਰ ਨੂੰ ਕਿ ਇਹ ਮੇਰੇ ਸਾਹਮਣੇ ਕੀ ਚੀਜ਼ ਹੈ, ਤੇ ਉਹ ਫੀਅਰਲੈਸਲੀ, ਨਿਡਰਤਾ ਦੇ ਨਾਲ ਅੱਗੇ ਵਧਿਆ। ਕੁਇਕ ਰਨ ਮਤਲਬ ਤੇਜ਼ੀ ਨਾਲ ਭੱਜਦਾ ਹੋਇਆ ਉਹਦੇ ਅੱਗੇ ਆਇਆ। ਰਾਈਟ ਪਾਵ ਦੇ ਨਾਲ ਉਹਨੂੰ ਥੱਲੇ ਡਿੱਗਣ ਦੀ ਕੋਸ਼ਿਸ਼ ਕੀਤੀ ਬਲਦੇਵ ਨੂੰ। ਤੇ ਉਹ ਕਹਿ ਰਹੇ ਨੇ ਕਿ ਇਹ ਸੋਚ ਰਿਹਾ ਸੀ ਕਿ ਇਸ ਪਿਓਨੀ ਮੈਨ ਦੀ, ਅਦਨਾ ਦੇ ਇਨਸਾਨ ਦੀ ਹਿੰਮਤ ਕਿਵੇਂ ਹੋਈ ਕਿ ਮੇਰੇ ਰਸਤੇ ਵਿੱਚ ਆ ਕੇ ਖੜਾ ਹੋ ਗਿਆ ਇਹ, ਤੇ ਇਹਨੂੰ ਮੈਂ ਹੁਣੇ ਮਾਰ ਕੇ ਇਹਨੂੰ ਮੈਂ ਗਿਰਾ ਦਿੰਦਾ ਵਾਂ। ਬਲਦੇਵ ਹਾਊਐਵਰ ਵਾਜ਼ ਰੈਡੀ, ਪਰ ਬਲਦੇਵ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਤਿਆਰ ਸੀ। ਵਿਦ ਅ ਮਾਰਵਲਸਲੀ ਐਜਾਈਲ ਲੀਪ he avoided the paw and brought his axe down on the animal's shoulder. ਇੱਕ ਬੜੇ ਹੀ ਚਮਤਕਾਰਿਕ ਢੰਗ ਨਾਲ, ਤੇ ਐਜਾਈਲ ਹੁੰਦਾ ਫੁਰਤੀ, ਲੀਪ ਹੁੰਦਾ ਜੰਪ, ਉਹਨੇ ਬੜਾ ਹੀ ਫੁਰਤੀਲਾ ਜੰਪ ਮਾਰਿਆ ਤੇ ਉਹਨੇ ਅਵੋਇਡ ਕਰਤੀ। ਜਿਹੜਾ ਉਹਨੇ ਆਪਣਾ ਸੱਜਾ ਪਾਵ ਮਾਰਿਆ ਸੀਗਾ, ਪੰਜਾ ਮਾਰਿਆ ਸੀਗਾ ਉਹਦੇ ਉੱਤੇ, ਕੋਸ਼ਿਸ਼ ਕੀਤੀ ਸੀਗੀ, ਉਹਦੇ ਵੱਜਿਆ ਨਹੀਂ ਕਿਉਂਕਿ ਉਹ ਛਲਾਂਗ ਮਾਰ ਕੇ ਸਾਈਡ ਹੋ ਗਿਆ ਬਲਦੇਵ, ਤੇ ਉਹਨੇ ਆਪਣੀ ਕੁਹਾੜੀ ਮਾਰੀ ਐਨੀਮਲ ਦੇ ਸ਼ੋਲਡਰ ਦੇ ਉੱਤੇ। The tiger gave a roar and attempted to close in. ਟਾਈਗਰ ਨੇ ਇੱਕ ਦਹਾੜ ਮਾਰੀ ਤੇ ਉਹਨੂੰ ਫੇਰ ਦੁਬਾਰਾ ਤੋਂ ਅਟੈਂਪਟ ਕੀਤਾ, ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅਗੇਨ ਬਲਦੇਵ draw his axe with true aim, but to his horror, ਬਲਦੇਵ ਨੇ ਦੁਬਾਰਾ ਤੋਂ ਫੇਰ ਆਪਣੀ ਕੁਹਾੜੀ ਨਾਲ ਉੱਥੇ ਟਰੂ ਏਮ, ਪੱਕਾ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਗੇ ਉਹਦੀ ਬੁਰੀ ਕਿਸਮਤ ਸੀ, ਉਹਦਾ ਡਰ ਜਿਹਦੇ ਨਾਲ ਹੋਰ ਵੱਧ ਗਿਆ। ਕੀ ਹੋਇਆ ਸੀਗਾ? ਦਾ ਬੀਸਟ ਸਵਰਵਡ, ਜਿਹੜਾ ਜੰਗਲੀ ਜਾਨਵਰ ਸੀਗਾ ਉਹ ਸਾਈਡ ਹੋ ਗਿਆ, ਉਹ ਉਹਦੇ ਹਮਲੇ ਤੋਂ ਬਚ ਗਿਆ। ਐਂਡ ਦਾ ਏਕਸ ਕੌਟ ਦਾ ਟਾਈਗਰ ਔਨ ਦਾ ਸ਼ੋਲਡਰ, ਠੀਕ ਹੈ, ਉਹਨੇ ਮਾਰਨ ਲਈ ਉਹਦੇ ਸੈਂਟਰ 'ਚ ਮਾਰਨ ਲਈ ਏਕਸ ਚਲਾਈ ਸੀਗੀ, ਲੇਕਿਨ ਉਹ ਉਹਦੇ ਸ਼ੋਲਡਰ 'ਤੇ ਵੱਜ ਗਈ ਫਿਰ ਦੁਬਾਰਾ ਤੋਂ, ਆਲਮੋਸਟ ਸਵੇਅਰਿੰਗ ਦਾ ਲੈਗ, ਤੇ ਉਹਦੀ ਪੂਰੀ ਲੈਗ ਦੇ ਵਿੱਚ ਪੀੜ ਹੋਣ ਲੱਗ ਗਈ। ਟੂ ਮੇਕ ਮੈਟਰਸ ਵਰਸ, ਤੇ ਹੋਰ ਵੀ ਮਾਮਲਾ ਕਿਵੇਂ ਵਿਗੜਿਆ, ਦਾ ਏਕਸ ਰਿਮੇਨਡ ਸਟਕ ਇਨ ਦਾ ਬੋਨ, ਉਹ ਜਿਹੜੀ ਕੁਹਾੜੀ ਉਹਨੇ ਸੈਕਿੰਡ ਟਾਈਮ ਮਾਰੀ ਸੀ ਨਾ, ਉਹਦੀ ਹੱਡੀ ਦੇ ਵਿੱਚ ਫਸੀ ਰਹਿ ਗਈ। ਐਂਡ ਬਲਦੇਵ ਵਾਜ਼ ਲੈਫਟ ਵਿਦਆਊਟ ਅ ਵੈਪਨ, ਤੇ ਜਿਹੜਾ ਬਲਦੇਵ ਸੀਗਾ ਹੁਣ ਉਹ ਹਥਿਆਰ ਤੋਂ ਬਿਨਾਂ ਨਿਹੱਥਾ ਉੱਥੇ ਖੜਾ ਸੀ। ਦ ਟਾਈਗਰ ਰੋਰਿੰਗ ਵਿਦ ਪੇਨ ਨਾਓ ਸਪ੍ਰੈਂਗ ਅਪੋਨ ਬਲਦੇਵ, ਜਿਹੜਾ ਟਾਈਗਰ ਸੀਗਾ ਹੁਣ ਪੇਨ ਨਾਲ ਰੋਅਰ ਕਰਦਾ ਹੋਇਆ, ਦਹਾੜਦਾ ਹੋਇਆ ਬਲਦੇਵ ਦੇ ਉੱਪਰ ਉਛਲਿਆ। ਬ੍ਰਿੰਗਿੰਗ ਹਿਮ ਡਾਊਨ ਐਂਡ ਦੈਨ ਟੀਅਰਿੰਗ ਐਟ ਹਿਜ਼ ਬ੍ਰੋਕਨ ਬੋਡੀ, ਤੇ ਉਹਨੂੰ ਬਲਦੇਵ ਨੂੰ ਉਹਨੇ ਥੱਲੇ ਡੇਗ ਦਿੱਤਾ, ਤੇ ਉਹਦੀ ਬੋਡੀ ਜਿਹੜੀ ਟੁੱਟੀ ਹੋਈ ਸੀਗੀ, ਹੱਡੀਆਂ ਥੋੜ੍ਹੀਆਂ ਬਹੁਤੀਆਂ ਟੁੱਟ ਗਈਆਂ ਸੀ ਛਲਾਂਗਾ ਮਾਰ ਮਾਰ ਕੇ, ਡਿੱਗ ਕੇ, ਤੇ ਉਸ ਬੋਡੀ ਨੂੰ ਉਹਨੇ ਫਾੜ ਦਿੱਤਾ। ਟੀਅਰ ਕਰਨਾ ਮਤਲਬ ਫਾੜ ਦੇਣਾ। ਇਟ ਵਾਜ਼ ਆਲ ਓਵਰ ਇਨ ਅ ਫਿਊ ਮਿਨਟਸ, ਇਹ ਸਾਰਾ ਕੁਝ ਹੀ ਮਿੰਟਾਂ ਦਾ ਖੇਡ ਸੀਗਾ, ਕੁਝ ਹੀ ਮਿੰਟਾਂ 'ਚ ਸਭ ਖਤਮ ਹੋ ਗਿਆ। ਐਂਡ ਦੈਨ ਦੇਅਰ ਵਾਜ਼ ਬਲੈਕਨੈਸ ਐਂਡ ਦ ਨਾਈਟ ਕਲੋਜ਼ਡ ਇਨ on him forever. ਕੁਛ ਮਿੰਟਾਂ 'ਚ ਸਭ ਕੁਝ ਖਤਮ ਹੋ ਗਿਆ, ਤੇ ਉੱਥੇ ਹੁਣ ਪੂਰੀ ਤਰ੍ਹਾਂ ਡਾਰਕਨੈਸ ਸੀ, ਤੇ ਉਸ ਬੰਦੇ ਲਈ, ਬਲਦੇਵ ਲਈ ਹਮੇਸ਼ਾ ਲਈ ਰਾਤ ਪੈ ਚੁੱਕੀ ਸੀ। The tiger drew off and sat down licking his wounded leg, roaring every now and then with agony. ਟਾਈਗਰ ਅੱਗੇ ਚਲਾ ਗਿਆ, ਥੋੜ੍ਹਾ ਅੱਗੇ ਜਾ ਕੇ ਬੈਠ ਗਿਆ, ਆਪਣੇ ਜ਼ਖਮ ਨੂੰ ਲਿਕ ਕਰਦਾ ਮਤਲਬ ਚੱਟਦਾ ਹੋਇਆ, ਤੇ ਐਵਰੀ ਨਾਓ ਐਂਡ ਦੈਨ ਯਾਨੀ ਥੋੜ੍ਹੀ ਦੇਰ ਬਾਅਦ ਰੋਰਿੰਗ ਵੀ ਕਰ ਰਿਹਾ ਸੀਗਾ, ਵਿਦ ਐਗਨੀ ਯਾਨੀ ਪੇਨ ਹੋ ਰਿਹਾ ਸੀਗਾ, ਦੁੱਖ ਤੇ ਪੇਨ ਦੇ ਨਾਲ ਉਹ ਰੋਅਰ ਕਰਦਾ ਪਿਆ ਸੀ ਥੋੜ੍ਹੀ ਦੇਰ ਬਾਅਦ, ਤੇ ਆਪਣੇ ਜ਼ਖਮ ਨੂੰ ਵੀ, ਲੈਗ 'ਤੇ ਹੋਏ ਜ਼ਖਮ ਨੂੰ ਚੱਟ ਰਿਹਾ ਸੀਗਾ। ਹੀ ਡਿਡ ਨਾਟ ਨੋਟਿਸ ਦ ਫੇਂਟ ਰੰਬਲ ਦੈਟ ਸ਼ੁਕ ਦ ਅਰਥ, ਉਹਨੇ ਨੋਟਿਸ ਨਹੀਂ ਕੀਤਾ ਉਸ ਗੜਗੜਾਹਟ ਨੂੰ ਜਿਹਦੇ ਨਾਲ ਕਿ ਧਰਤੀ ਕੰਬ ਰਹੀ ਸੀ। ਫੋਲੋਡ ਬਾਏ ਦ ਡਿਸਟੈਂਸ ਪਫਿੰਗ ਆਫ ਐਨ ਇੰਜਨ ਸਟੈਡੀਲੀ ਕਲਾਈਮਬਿੰਗ, ਸਟੈਡੀਲੀ ਕਲਾਈਮਬਿੰਗ ਮਤਲਬ ਹੌਲੀ ਹੌਲੀ ਜਿਹੜਾ ਇੰਜਨ ਅੱਗੇ ਨੂੰ ਵੱਧਦਾ ਪਿਆ ਸੀਗਾ, ਪਫਿੰਗ ਕਰਦਾ ਮਤਲਬ ਸਟੀਮ ਨਿਕਲਦੀ ਪਈ ਸੀ,
ਭੱਠੀ 'ਚ ਕੋयले ਪਾ ਕੇ ਉਹ ਸਟੀਮ ਇੰਜਨ ਜਿਹੜਾ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਟ੍ਰੇਨਸ, ਉਹ ਵਾਲੇ ਟ੍ਰੇਨਸ ਦੀ ਗੱਲ ਹੋ ਰਹੀ ਹੈ ਇੱਥੇ। ਦ ਓਵਰਲੈਂਡ ਮੇਲ ਵਾਸ ਅਪਰੋਚਿੰਗ, ਮੇਲ ਆਉਂਦੀ ਪਈ ਸੀ। ਥਰੂ ਦ ਟਰੀਜ਼ ਬਿਯੋਂਡ ਦ ਕਟਿੰਗ, ਜਿਹੜੇ ਕਟਿੰਗ ਤੋਂ ਉਸ ਮੋੜ ਤੋਂ ਪਰੇ ਟਰੀਜ਼ ਸੀਗੇ ਉਹਨਾਂ ਵਿੱਚੋਂ ਹੁੰਦੀ ਹੋਈ। ਐਜ਼ ਦ ਟ੍ਰੇਨ ਐਡਵਾਂਸਡ, ਜਿਵੇਂ ਜਿਵੇਂ ਟ੍ਰੇਨ ਅੱਗੇ ਵਧੀ। ਦ ਗਲੋ ਆਫ ਦ ਫਰਨੈਸ ਕੁਡ ਬੀ ਸੀਨ, ਉਸ ਭੱਠੀ ਦਾ, ਜਿਹੜੀ ਟ੍ਰੇਨ ਦੇ ਅੰਦਰ ਭੱਠੀ ਕੋਲੇ ਪਾਉਣ ਵਾਲੀ ਹੁੰਦੀ ਸੀਗੀ, ਉਹਦਾ ਜਿਹੜਾ ਗਲੋ ਆ, ਚਮਕ, ਉਹ ਦੇਖੀ ਜਾ ਸਕਦੀ ਸੀ। ਐਂਡ ਸ਼ਾਵਰਸ ਆਫ ਸਪਾਰਕਸ ਫੈਲ ਲਾਈਕ ਦੀਵਾਲੀ ਲਾਈਟਸ ਓਵਰ ਦ ਫੋਰੈਸਟ, ਜਿਹੜੀਆਂ ਉਹਦੇ 'ਚੋਂ ਚਿੰਗਾਰੀਆਂ ਨਿਕਲਦੀਆਂ ਸੀ ਆਸੇ ਪਾਸੇ, ਐਵੇਂ ਲੱਗਦਾ ਸੀ ਜਿਵੇਂ ਜੰਗਲ 'ਚ ਦੀਵਾਲੀ ਦੀਆਂ ਲਾਈਟਾਂ ਚੱਲ ਰਹੀਆਂ ਹੋਣ। ਐਜ਼ ਦ ਟ੍ਰੇਨ ਐਂਟਰਡ ਦ ਕਟਿੰਗ, ਜਿਵੇਂ ਹੀ ਟ੍ਰੇਨ ਨੇ ਉਸ ਮੋੜ ਦੇ ਵਿੱਚ ਐਂਟਰ ਕੀਤਾ। ਦ ਇੰਜਨ ਵਿਸਲਡ ਵੰਸ, ਇੰਜਨ ਨੇ ਇੱਕ ਵਾਰੀ ਵਿਸਲ ਕੀਤਾ। ਲਾਊਡ ਐਂਡ ਪੀਅਰਸਿੰਗਲੀ, ਪੀਅਰਸਿੰਗ ਹੁੰਦਾ ਕੰਨ ਨੂੰ ਫਾੜਨ ਵਾਲੀ ਆਵਾਜ਼, ਬਹੁਤ ਉੱਚੀ ਆਵਾਜ਼ ਸੀ ਅਤੇ ਕੰਨ ਫਾੜਨ ਵਾਲੀ ਆਵਾਜ਼ ਸੀ। ਦ ਟਾਈਗਰ ਰੇਜ਼ਡ ਹਿਜ਼ ਹੈਡ, ਟਾਈਗਰ ਨੇ ਆਪਣਾ ਸਿਰ ਚੱਕਿਆ। ਦੈਨ ਸਲੋਲੀ ਗੋਟ ਟੂ ਹਿਜ਼ ਫੀਟ, ਫਿਰ ਹੌਲੀ ਹੌਲੀ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ। ਹੀ ਫਾਊਂਡ ਹਿਮਸੈਲਫ ਟਰੈਪਡ ਲਾਈਕ ਦ ਮੈਨ, ਜਿਵੇਂ ਹੁਣ ਬਲਦੇਵ ਉਸ ਟਾਈਮ ਫਸਿਆ ਹੋਇਆ ਫੀਲ ਕਰ ਰਿਹਾ ਸੀ, ਇਸ ਟਾਈਗਰ ਨੇ ਵੀ ਆਪਣੇ ਆਪ ਨੂੰ ਟਰੈਪਡ ਫੀਲ ਕੀਤਾ ਕਿ ਹੋਰ ਜਗ੍ਹਾ ਨਹੀਂ ਉਹਨੂੰ ਜਾਣ ਨਹੀਂ ਕੋਈ ਮਿਲਦੀ ਪਈ ਸੀਗੀ। ਫਲਾਈਟ ਅਲੋਂਗ ਦ ਕਟਿੰਗ ਵਾਜ਼ ਇੰਪੋਸੀਬਲ, ਇਹਦੇ ਲਈ ਵੀ ਹੁਣ ਫਲਾਈਟ ਯਾਨੀ ਕਿਤੇ ਦੌੜ ਜਾਣਾ ਇੰਪੋਸੀਬਲ ਸੀਗਾ, ਆਪਣੀ ਜਾਨ ਬਚਾ ਕੇ ਦੌੜਨਾ ਇੰਪੋਸੀਬਲ ਲੱਗ ਰਿਹਾ ਸੀ ਇਹਨੂੰ ਵੀ। ਹੀ ਐਂਟਰਡ ਦ ਟਨਲ, ਫਿਰ ਉਹ ਟਨਲ ਦੇ ਵਿੱਚ ਐਂਟਰ ਕਰ ਗਿਆ ਟਾਈਗਰ ਹੋਰ ਅੰਦਰ ਵੱਲ। ਰਨਿੰਗ ਐਜ਼ ਫਾਸਟ ਐਜ਼ ਹੀਜ਼ ਵੁੰਡਡ ਲੈਗ ਵੁੱਡ ਕੈਰੀ ਹਿਮ, ਓਨੀ ਹੀ ਤੇਜ਼ੀ ਨਾਲ ਉਹਨੇ ਦੌੜਨ ਦੀ ਕੋਸ਼ਿਸ਼ ਕੀਤੀ ਜਿੰਨੀ ਕੁ ਤੇਜ਼ ਉਹਦੀ ਜ਼ਖਮੀ ਲੈਗ ਉਹਨੂੰ ਦੌੜਾ ਸਕਦੀ ਸੀਗੀ, ਜਿੰਨਾ ਕੁ ਉਹ ਭਾਰ ਚੱਕ ਸਕਦੀ ਸੀ, ਉਸ ਹਿਸਾਬ ਨਾਲ ਓਨਾ ਕੁ ਉਹ ਤੇਜ਼ ਦੌੜਨ ਲੱਗ ਗਿਆ। ਐਂਡ ਦੈਨ ਵਿਦ ਅ ਰੋਅਰ ਐਂਡ ਅ ਸ਼ਾਵਰ ਆਫ ਸਪਾਰਕਸ ਦ ਟ੍ਰੇਨ ਐਂਟਰਡ ਦ ਯਾਉਨਿੰਗ ਟਨਲ। ਯਾਉਨਿੰਗ ਕਿਉਂ ਕਿਹਾ ਹੋਇਆ ਹੁਣ ਟਨਲ ਨੂੰ? ਜਦੋਂ ਆਪਾਂ ਉਬਾਸੀ ਲੈਂਦੇ ਹਾਂ ਉਹਨੂੰ ਕਹਿੰਦੇ ਯਾਉਨਿੰਗ ਕਰਨਾ, ਮੂੰਹ ਖੁੱਲ੍ਹਿਆ ਹੁੰਦਾ ਪੂਰਾ, ਉਵੇਂ ਟਨਲ ਦਾ ਪੂਰਾ ਮੂੰਹ ਖੁੱਲ੍ਹਿਆ ਹੋਇਆ ਸੀ, ਇਸ ਲਈ ਯਾਉਨਿੰਗ ਟਨਲ ਕਿਹਾ ਹੋਇਆ ਵਾ, ਉਬਾਸੀ ਲੈਂਦੀ ਹੋਈ ਟਨਲ। ਅਤੇ ਉਹਦੇ ਵਿੱਚ ਟ੍ਰੇਨ ਦੀ ਰੋਅਰ ਦੀ ਆਵਾਜ਼ ਆਈ, ਮਤਲਬ ਟਨਲ ਦੇ ਵਿੱਚ ਆਵਾਜ਼ ਬਹੁਤ ਫੈਲਦੀ ਜਦੋਂ ਟ੍ਰੇਨ ਚੱਲਦੀ ਹੈ ਤਾਂ, ਅਤੇ ਸ਼ਾਵਰਸ ਆਫ ਸਪਾਰਕਸ ਵੀ ਦਿਖ ਰਹੇ ਸੀਗੇ। ਦ ਨੋਇਸ ਇਨ ਦ ਕਨਫਾਈਨਡ ਸਪੇਸ ਵਾਜ਼ ਡੈਫਨਿੰਗ, ਜਿਹੜੀ ਉਸ ਕਨਫਾਈਨਡ ਮਤਲਬ ਭੀੜੀ ਜਿਹੀ ਜਗ੍ਹਾ ਦੇ ਵਿੱਚ ਜਿਹੜਾ ਸ਼ੋਰ ਪੈ ਰਿਹਾ ਸੀ ਟ੍ਰੇਨ ਦਾ, ਟ੍ਰੇਨ ਦੇ ਲੰਘਣ ਦੇ ਨਾਲ, ਉਹ ਡੈਫ ਕਰ ਦੇਣ ਵਾਲਾ ਸੀ, ਯਾਨੀ ਬੋਲੇ ਕਰ ਦੇਣ ਵਾਲਾ ਸੀਗਾ। ਵੈਨ ਦ ਟ੍ਰੇਨ ਕੇਮ ਆਊਟ ਇਨਟੂ ਦ ਓਪਨ, ਜਦੋਂ ਉਸ ਟਨਲ ਦੇ ਵਿੱਚੋਂ ਬਾਹਰ ਆਈ ਉਹ ਟ੍ਰੇਨ, ਔਨ ਦ ਅਦਰ ਸਾਈਡ, ਦੂਜੇ ਪਾਸੇ, ਸਾਈਲੈਂਸ ਰਿਟਰਨਡ ਵੰਸ ਮੋਰ ਟੂ ਦ ਫੋਰੈਸਟ ਐਂਡ ਦ ਟਨਲ, ਫਿਰ ਇੱਕ ਵਾਰੀ ਚੁੱਪੀ ਛਾ ਗਈ ਫੋਰੈਸਟ ਵਿੱਚ ਵੀ ਅਤੇ ਟਨਲ ਦੇ ਵਿੱਚ ਵੀ। ਐਟ ਦ ਨੈਕਸਟ ਸਟੇਸ਼ਨ, ਅਗਲੇ ਸਟੇਸ਼ਨ ਦੇ ਉੱਤੇ, ਦ ਡਰਾਈਵਰ ਸਲੋਡ ਡਾਊਨ ਐਂਡ ਸਟੋਪਡ ਹਿਜ਼ ਟ੍ਰੇਨ ਟੂ ਵਾਟਰ ਦ ਇੰਜਨ, ਡਰਾਈਵਰ ਨੇ ਆਪਣੀ ਟ੍ਰੇਨ ਨੂੰ ਸਲੋ ਡਾਊਨ ਕਰਕੇ ਰੋਕ ਲਿਆ ਤਾਂ ਕਿ ਉਹ ਇੰਜਨ ਨੂੰ ਪਾਣੀ ਦੇ ਸਕੇ। ਹੀ ਗੋਟ ਡਾਊਨ ਟੂ ਸਟ੍ਰੈਚ ਹਿਜ਼ ਲੈਗਸ, ਲੱਤਾਂ ਥੋੜ੍ਹੀਆਂ ਸਿੱਧੀਆਂ ਕਰਨ ਲਈ ਉਹ ਨੀਚੇ ਉਤਰਿਆ। ਐਂਡ ਡਿਸਾਈਡਡ ਟੂ ਐਗਜ਼ਾਮਿਨ ਦਾ ਹੈਡ ਲੈਂਪਸ, ਅਤੇ ਅਗਲੇ ਜਿਹੜੇ ਹੈਡ ਲੈਂਪਸ ਹੁੰਦੇ ਟ੍ਰੇਨ ਦੇ ਅੱਗੇ, ਉਹਨਾਂ ਨੂੰ ਵੀ ਇੱਕ ਵਾਰੀ ਐਗਜ਼ਾਮਿਨ ਕਰਨ ਲਈ ਫੈਸਲਾ ਕੀਤਾ ਕਿ ਇੱਕ ਵਾਰੀ ਸਾਰਾ ਚੈੱਕ ਕਰ ਲਾਂ, ਸਭ ਠੀਕ ਠਾਕ ਹੈ। ਹੀ ਰਿਸੀਵਡ ਦ ਸਰਪ੍ਰਾਈਜ਼ ਆਫ ਹਿਜ਼ ਲਾਈਫ, ਉਹਨੂੰ ਆਪਣੀ ਜ਼ਿੰਦਗੀ ਦਾ ਬੜਾ ਹੀ ਵੱਡਾ ਸਰਪ੍ਰਾਈਜ਼ ਮਿਲਿਆ। ਫॉर ਜਸਟ ਅਬਵ ਦ ਕਾਓ ਕੈਚਰ lay the major portion of the tiger cut in half by the engine, ਕਿਉਂਕਿ ਉਹਦੀ ਜਿਹੜੇ ਅੱਗੇ ਕਾਓ ਕੈਚਰ ਵਾਲੀ ਜਗ੍ਹਾ ਬਣੀ ਹੁੰਦੀ, ਜਿਹੜੀ ਇੱਥੇ ਹੁਣ ਲਿਖਿਆ ਹੋਇਆ ਨੀਚੇ ਵੀ, the metal frame attached to the front of a railway engine to remove obstructions on the track, ਉਸ ਜ਼ਮਾਨੇ ਦੇ ਵਿੱਚ ਟ੍ਰੇਨ ਦੇ ਅੱਗੇ ਕਾਓ ਕੈਚਰ ਬਣੇ ਹੁੰਦੇ ਸੀਗੇ, ਇੱਕ ਛੋਟਾ ਜਿਹਾ ਫਰੇਮ ਬਣਿਆ ਹੁੰਦਾ ਸੀਗਾ ਜਿਹੜਾ ਕਿ ਓਬਸਟਰਕਸ਼ਨਸ ਨੂੰ ਰਿਮੂਵ ਕਰਨ ਲਈ ਬਣਾਇਆ ਹੁੰਦਾ ਸੀ, ਅਤੇ ਉਸ ਜਗ੍ਹਾ 'ਤੇ ਕੀ ਸੀਗਾ, ਇੱਕ ਬਹੁਤ ਵੱਡਾ ਟਾਈਗਰ ਦਾ ਹਿੱਸਾ ਪਿਆ ਹੋਇਆ ਸੀਗਾ, ਕੱਟਿਆ ਹੋਇਆ, ਜਿਹਨੂੰ ਕਿ ਇੰਜਨ ਨੇ ਅੱਧਾ ਕੱਟ ਦਿੱਤਾ ਸੀਗਾ। ਦੇਅਰ ਵਾਜ਼ ਕੰਸੀਡਰੇਬਲ ਐਕਸਾਈਟਮੈਂਟ ਐਂਡ ਕੰਜੈਕਚਰ ਐਟ ਦ ਸਟੇਸ਼ਨ, ਉਸ ਸਟੇਸ਼ਨ 'ਤੇ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਸੀਗੀ, ਲੋਕੀ ਇਕੱਠੇ ਹੋ ਗਏ ਸੀਗੇ। ਬਟ ਬੈਕ ਐਟ ਦ ਕਟਿੰਗ ਦੇਅਰ ਵਾਜ਼ ਨੋ ਸਾਊਂਡ ਐਕਸੈਪਟ ਫॉर ਦ ਸੋਬਸ ਆਫ ਦ ਬॉय ਐਜ਼ ਹੀ ਸੈਟ ਬਿਸਾਈਡ ਦ ਬੋਡੀ ਆਫ ਹਿਜ਼ ਫਾਦਰ, ਲੇਕਿਨ ਪਿਛਲੀ ਸਾਈਡ 'ਤੇ ਟਨਲ ਦੇ ਜਿਹੜੀ ਪਹਿਲੀ ਵਾਲੀ ਸਾਈਡ, ਐਂਟਰੈਂਸ ਵਾਲੀ ਸਾਈਡ 'ਤੇ ਕੋਈ ਆਵਾਜ਼ ਨਹੀਂ ਸੀਗੀ, ਸਿਰਫ ਉਸ ਮੁੰਡੇ ਦੀਆਂ ਹਿਚਕੀਆਂ ਦੀ ਆਵਾਜ਼ ਆ ਰਹੀ ਸੀ ਕਿ ਜਿਹੜਾ ਕਿ ਆਪਣੇ ਫਾਦਰ ਦੀ ਬੋਡੀ ਕੋਲ ਬੈਠ ਕੇ ਰੋ ਰਿਹਾ ਸੀਗਾ। ਹੀ ਸੈਟ ਦੇਅਰ ਅ ਲੌਂਗ ਟਾਈਮ, ਕਾਫੀ ਦੇਰ ਤੱਕ ਉਹ ਬੈਠਾ ਰਿਹਾ।
ਅਨਅਫਰੇਡ ਆਫ ਦ ਡਾਰਕਨੈਸ, ਉਹਨੂੰ ਹਨੇਰੇ ਤੋਂ ਵੀ ਡਰ ਨਹੀਂ ਲੱਗ ਰਿਹਾ ਸੀਗਾ। guarding the body from jackals and hyenas until the first faint light of dawn brought with it the arrival of the relief watchman। ਉਹ ਆਪਣੇ ਫਾਦਰ ਦੀ ਬੋਡੀ ਨੂੰ ਜੰਗਲੀ ਜਾਨਵਰਾਂ ਤੋਂ, ਜੈਕਲਸ ਤੇ ਹਾਈਨਾ ਤੋਂ ਪ੍ਰੋਟੈਕਟ ਕਰਦਾ ਰਿਹਾ, ਜਦ ਤੱਕ ਕਿ ਦੂਸਰਾ ਵਾਚਮੈਨ ਸਵੇਰ ਦੀ ਪਹਿਲੀ ਸੂਰਜ ਦੀ ਕਿਰਨ 'ਤੇ ਜਿਹੜਾ ਆਉਂਦਾ ਹੁੰਦਾ ਵਾ ਉਹ ਨਹੀਂ ਆ ਗਿਆ, ਤਦ ਤੱਕ ਉਹਨੇ ਆਪਣੇ ਫਾਦਰ ਦੀ ਬੋਡੀ ਨੂੰ ਪ੍ਰੋਟੈਕਟ ਕੀਤਾ ਜੰਗਲੀ ਜਾਨਵਰਾਂ ਤੋਂ। ਟੈਂਬੋ ਐਂਡ ਹਿਜ਼ ਸਿਸਟਰ ਐਂਡ ਮਦਰ ਵਰ ਪਲੰਜਡ ਇਨ ਗਰੀਫ ਫॉर 2 whole days। ਪੂਰੇ 2 ਦਿਨਾਂ ਤੱਕ ਟੈਂਬੋ ਦੀ ਸਿਸਟਰ ਅਤੇ ਉਹਦੀ ਮਦਰ ਬਹੁਤ ਜ਼ਿਆਦਾ ਦੁੱਖ ਦੀ ਹਾਲਤ ਵਿੱਚ ਰਹੇ। ਬਟ ਲਾਈਫ ਹੈਡ ਟੂ ਗੋ ਔਨ, ਪਰ ਜ਼ਿੰਦਗੀ ਨੂੰ ਤਾਂ ਅੱਗੇ ਵਧਣਾ ਹੀ ਹੁੰਦਾ ਹੈ, ਲਾਈਫ ਚੱਲਦੀ ਰਹਿੰਦੀ ਅੱਗੇ ਅੱਗੇ। ਐਂਡ ਅ ਲਿਵਿੰਗ ਹੈਡ ਟੂ ਬੀ ਮੇਡ, ਅਤੇ ਉਹਨੂੰ ਕਮਾਈ ਦਾ ਸਾਧਨ ਵੀ ਚਾਹੀਦਾ ਸੀਗਾ, ਕੁਛ ਗੁਜ਼ਾਰੇ ਲਾਇਕ ਚਾਹੀਦਾ ਸੀ। ਐਂਡ ਆਲ ਦ ਰਿਸਪੋਂਸੀਬਿਲਿਟੀ ਨਾਓ ਫੈਲ ਔਨ ਟੈਂਬੂ, ਹੁਣ ਪੂਰੀ ਜਿਹੜੀ ਰਿਸਪੋਂਸੀਬਿਲਿਟੀ ਸੀ ਉਸ ਨੌਕਰੀ ਦੀ ਉਹ ਟੈਂਬੂ ਦੇ ਉੱਤੇ ਆ ਗਈ ਕਿ ਆਪਣੇ ਘਰ ਦਾ ਖਰਚਾ ਚਲਾਉਣ ਲਈ ਹੁਣ ਉਸ ਛੋਟੇ ਜਿਹੇ ਬੱਚੇ ਨੇ ਆਪਣੀ ਰਿਸਪੋਂਸੀਬਿਲਿਟੀ ਨਿਭਾਉਣੀ ਸੀ। 3 nights later, 3 ਰਾਤਾਂ ਬਾਅਦ ਹੀ ਵਾਜ਼ ਐਟ ਦਾ ਕਟਿੰਗ ਲਾਈਟਿੰਗ ਦਾ ਸਿਗਨਲ ਲੈਂਪ ਫੋਰ ਦਾ ਓਵਰਲੈਂਡ ਮੇਲ। 3 ਰਾਤਾਂ ਬਾਅਦ ਉਹਨੇ ਆਪਣੀ ਡਿਊਟੀ ਸੰਭਾਲ ਲਈ, ਕਟਿੰਗ ਦੇ ਕੋਲੇ ਸਿਗਨਲ ਲੈਂਪ ਲਾਈਟ ਕਰਦਾ ਪਿਆ ਸੀਗਾ ਉਹ, ਤਾਂ ਕਿ ਓਵਰਲੈਂਡ ਜਿਹੜੀ ਮੇਲ ਆਏਗੀ ਉੱਥੋਂ ਦੀ ਆਰਾਮ ਨਾਲ ਲੰਘ ਸਕੇ ਬਿਨਾਂ ਕਿਸੇ ਓਬਸਟਰਕਸ਼ਨ ਤੋਂ, ਬਿਨਾਂ ਕਿਸੇ ਵਿੱਚ ਜਿਹੜੀ ਮੁਸੀਬਤ ਕੋਈ ਪ੍ਰੋਬਲਮ, ਮਤਲਬ ਕਿ ਓਬਸਟਰਕਸ਼ਨ ਦਾ ਮਤਲਬ। ਹੀ ਸੈਟ ਡਾਊਨ ਇਨ ਦ ਡਾਰਕਨੈਸ ਟੂ ਵੇਟ ਫॉर ਦ ਟ੍ਰੇਨ, ਉਹ ਹਨੇਰੇ ਦੇ ਵਿੱਚ ਬੈਠਿਆ ਟ੍ਰੇਨ ਦੀ ਵੇਟ ਕਰਦਾ ਹੋਇਆ। ਐਂਡ ਸੈਂਗ ਸੌਫਟਲੀ ਟੂ ਹਿਮਸੈਲਫ, ਅਤੇ ਆਪਣੇ ਲਈ ਹੌਲੀ ਹੌਲੀ ਗਾਣਾ ਵੀ ਗਾਉਂਦਾ ਰਿਹਾ। ਦੇਰ ਵਾਜ਼ ਨਥਿੰਗ ਟੂ ਬੀ ਅਫਰੇਡ ਆਫ, ਹਿਜ਼ ਫਾਦਰ ਹੈਡ ਕਿਲਡ ਦ ਟਾਈਗਰ, ਦ ਫੋਰੈਸਟ ਗੋਡਸ ਵਰ ਪਲੀਜ਼ਡ, ਐਂਡ ਬਿਸਾਈਡਸ ਹੀ ਹੈਡ ਦ ਏਕਸ ਵਿਦ ਹਿਮ, ਹਿਜ਼ ਫਾਦਰਸ ਏਕਸ, ਐਂਡ ਹੀ ਨਿਊ ਹਾਊ ਟੂ ਯੂਜ਼ ਇਟ। ਉਹ ਸੋਚਦਾ ਹੈ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ, ਨਥਿੰਗ ਟੂ ਬੀ ਅਫਰੇਡ ਆਫ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਹਦੇ ਫਾਦਰ ਨੇ ਟਾਈਗਰ ਨੂੰ ਮਾਰ ਦਿੱਤਾ ਹੈ, ਉਹ ਟਾਈਗਰ ਨੂੰ ਮਾਰ ਚੁੱਕੇ ਸਨ। ਫੋਰੈਸਟ ਦੇ ਜਿਹੜੇ ਗੋਡਸ ਸੀਗੇ ਉਹ ਹੁਣ ਪ੍ਰਸੰਨ ਹੋਏ ਹੋਏ ਨੇ, ਅਤੇ ਬਿਸਾਈਡਸ, ਇਸ ਤੋਂ ਇਲਾਵਾ ਉਹਦੇ ਕੋਲੇ ਏਕਸ ਹੈ, ਹਿਜ਼ ਫਾਦਰਸ ਏਕਸ, ਜਿਹੜੀ ਕਿ ਉਹਦੇ ਫਾਦਰ ਦੀ ਏਕਸ ਹੈਗੀ ਆ, ਕੁਹਾੜੀ ਹੈ, ਅਤੇ ਉਹਨੂੰ ਇਹ ਵੀ ਪਤਾ ਹੈ ਟੈਂਬੂ ਨੂੰ ਕਿ ਉਹਨੂੰ ਕਿਵੇਂ ਯੂਜ਼ ਕਰਨਾ ਹੈ।